ਵੀਕਲੀ ਇਮੀਗ੍ਰੇਸ਼ਨ ਅਪਡੇਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬਰਨ ਕੌਰ ਮਾਨ। ਕੈਨੇਡੀਅਨ ਸਿਟੀਜ਼ਨਸ਼ਿਪ ਅਤੇ PR ਦੀ ਉਡੀਕ ਵਿੱਚ ਬੈਠੇ ਨੇ 10 ਲੱਖ ਪ੍ਰਵਾਸੀ। ਸਟੱਡੀ ਵਿੱਚ ਵਧੇ ਗੈਪ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਨਹਿਰਾ ਮੌਕਾ। ਕੈਨੇਡਾ ਦੀਆਂ ਟਿਕਟਾਂ ਬੁੱਕ ਨਹੀਂ ਕਰ ਸਕਣਗੇ ਭਾਰਤੀ ਟਰੈਵਲ ਏਜੰਟ। ਟਰੂਡੋ ਸਰਕਾਰ ਦਾ ਐਲਾਨ, ਟੀਕਾ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਆਉਣ ਲਈ ਕੋਵਿਡ ਟੈਸਟ ਦੀ ਨਹੀਂ ਹੋਵੇਗੀ ਲੋੜ। ਸਪਾਈਸ ਜੈਟ ਰਾਹੀਂ ਅੰਮ੍ਰਿਤਸਰ ਤੋਂ ਇਟਲੀ ਰਵਾਨਾ ਹੋਣ ਵਾਲੇ ਯਾਤਰੀ ਹੋਏ ਖੱਜਲ ਖੁਆਰ। ਮਾਮਲਾ ਕਰੋਨਾ ਟੈਸਟ ਰਿਪੋਰਟਾਂ ਤੇ ਦਸਤਖਤ ਨਾ ਹੋਣ ਦਾ। ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਵਾਪਸ ਬੁਲਾਉਣ ਦੇ ਮਾਮਲੇ ਵਿੱਚ ਧਾਰੀ ਚੁੱਪੀ। ਅੰਮ੍ਰਿਤਸਰ ਤੋਂ ਦੋਹਾ ਲਈ ਮੁੜ ਉਡਾਣ ਹੋਈ ਸ਼ੁਰੂ। ਅੰਮ੍ਰਿਤਸਰ ਤੋਂ ਲਖਨਊ ਲਈ 27 ਮਾਰਚ ਤੋਂ ਸ਼ੁਰੂ ਹੋਵੇਗੀ ਫਲਾਈਟ। ਕਈ ਸੂਬਿਆਂ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ। ਇਟਲੀ ਵਿੱਚ ਫਰਜ਼ੀ ਪੇਪਰ ਡੋਬ ਰਹੇ ਨੇ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਬੇੜੀ। ਠੱਗ ਏਜੰਟ ਕਰ ਰਹੇ ਨੇ ਧੋਖਾਧੜੀ। ਆਸਟ੍ਰੇਲੀਆ ਯੂਕਰੇਨੀ ਸ਼ਰਨਾਰਥੀਆਂ ਨੂੰ ਦੇਵੇਗਾ ਅਸਥਾਈ ਵੀਜ਼ਾ, ਮਿਲੇਗੀ ਆਗਿਆ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡੀਅਨ ਸਿਟੀਜ਼ਨਸ਼ਿਪ ਜਾਂ PR ਦੀ ਉਡੀਕ ਵਿੱਚ 10 ਲੱਖ ਪ੍ਰਵਾਸੀ ਬੈਠੇ ਨੇ। CBC ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ 1 ਫਰਵਰੀ ਤੱਕ ਪਰਮਾਨੈਂਟ ਰੈਜ਼ੀਡੈਂਟਸ ਦੀਆਂ 5,19,000 ਅਰਜ਼ੀਆਂ ਵਿਚਾਰ ਅਧੀਨ ਸਨ, ਜਿਨ੍ਹਾਂ ਵਿੱਚ ਰਿਫਿਊਜੀਆਂ ਦੀਆਂ 1,59,000 ਅਰਜ਼ੀਆਂ ਵੀ ਸ਼ਾਮਲ ਨੇ। ਇਸ ਤੋਂ ਇਲਾਵਾ 4,48,000 ਪ੍ਰਵਾਸੀ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਣ ਦੀ ਉਡੀਕ ਕਰ ਰਹੇ ਨੇ, ਜੋ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਕੈਨੇਡਾ ਜਾ ਕੇ MBA ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦਰਅਸਲ ਤੁਸੀਂ ਪੜ੍ਹਾਈ ਵਿੱਚ ਗੈਪ ਦੇ ਬਾਵਜੂਦ ਕੈਨੇਡਾ ਜਾ ਕੇ MBA ਕਰ ਸਕਦੇ ਹੋ ਜੀ। ਇਸ ਲਈ ਨੌਜਵਾਨਾਂ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੋਣਾ ਲਾਜ਼ਮੀ ਹੈ। ਨੌਜਵਾਨਾਂ ਕੋਲ MBA ਦੀ ਐਡਮਿਸ਼ਨ ਲੈਣ ਲਈ ਅਕੈਡਮਿਕ ਚੋਂ ਘੱਟੋ-ਘੱਟ 6.5 ਬੈਂਡ ਹੋਣੇ ਚਾਹੀਦੇ ਨੇ। ਦੱਸ ਦਈਏ ਕਿ MBA 2 ਸਾਲ ਦੀ ਹੋਏਗੀ, ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਉੱਥੇ ਹੀ ਜੇਕਰ ਤੁਸੀਂ ਵਿਆਹੇ ਹੋ ਤਾਂ ਤੁਸੀਂ ਪੜ੍ਹਾਈ ਦੌਰਾਨ ਆਪਣੇ ਪਤੀ ਪਤਨੀ ਨੂੰ ਵਰਕ ਪਰਮਿਟ ਤੇ ਬੁਲਾ ਸਕਦੇ ਹੋ। ਕੈਨੇਡਾ 'ਚ MBA ਦੀ ਪੜ੍ਹਾਈ ਕਰਨ ਨਾਲ PR ਮਿਲਣ ਦੇ ਮੌਕੇ ਵੱਧ ਜਾਂਦੇ ਨੇ। ਜੇਕਰ ਤੁਹਾਡੇ IELTS ਅਕੈਡਮਿਕ ਵਿੱਚ 7 ਬੈਂਡ ਨੇ ਤਾਂ ਤੁਹਾਨੂੰ $4,000 ਤੱਕ ਦੀ ਸਕਾਲਰਸ਼ਿਪ ਮਿਲ ਸਕਦੀ ਹੈ। ਗ੍ਰੈਜੂਏਸ਼ਨ 'ਚ ਨੰਬਰਾਂ ਦੇ ਆਧਾਰ ਤੇ ਵਧੀਆ ਸਕਾਲਰਸ਼ਿਪ ਸਕੀਮਾਂ ਉਪਲਬਧ ਨੇ। ਉਮਰ ਹੱਦ ਦੀ ਕੋਈ ਸੀਮਾ ਨਹੀਂ ਹੈ। ਪੜ੍ਹਾਈ ਵਿੱਚ 15 ਸਾਲ ਤੋਂ ਵੀ ਵੱਧ ਦਾ ਗੈਪ ਵਾਲੇ ਵਿਦਿਆਰਥੀ ਲਾਭ ਲੈ ਸਕਦੇ ਨੇ। ਜਿਨ੍ਹਾਂ ਵਿਦਿਆਰਥੀਆਂ ਨੇ IELTS ਜਰਨਲ ਕੀਤੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ। ਇਸ ਤੋਂ ਇਲਾਵਾ 12ਵੀਂ ਪਾਸ ਲਈ ਵੀ ਕਈ ਸਟੱਡੀ ਪ੍ਰੋਗਰਾਮ ਉਪਲਬਧ ਨੇ। ਏਅਰ ਇੰਡੀਆ ਨੇ ਇੱਕ ਵੱਡਾ ਕਦਮ ਚੱਕਦਿਆਂ ਲੋਕਲ ਏਜੰਟਾਂ ਨੂੰ ਕੈਨੇਡਾ ਦੀਆਂ ਟਿਕਟਾਂ ਬੁੱਕ ਕਰਨ ਤੋਂ ਸਖਤੀ ਨਾਲ ਰੋਕ ਦਿੱਤਾ। ਟਾਟਾ ਗਰੁੱਪ ਦੇ ਕੰਟਰੋਲ ਵਿੱਚ ਆ ਚੁੱਕੀ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਏਜੰਟਾਂ ਵੱਲੋਂ ਕੀਤੀ ਜਾਂਦੀ ਬੇਈਮਾਨੀ ਇਸ ਪਾਬੰਦੀ ਦਾ ਸਭ ਤੋਂ ਵੱਡਾ ਕਾਰਨ ਬਣੀ ਹੈ, ਜੋ ਖੁਦ ਹੀ ਸੀਟਾਂ ਬੁੱਕ ਕਰ ਲੈਂਦੇ ਨੇ ਅਤੇ ਮੁਸਾਫਰਾਂ ਨੂੰ 4 ਗੁਣਾ ਕੀਮਤ ਤੇ ਵੇਚੀਆਂ ਜਾਂਦੀਆਂ ਨੇ। ਇਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਏਜੰਟਾਂ ਦੀ ਹੇਰਾਫੇਰੀ ਨਾਲ ਨਾ ਸਿਰਫ ਮੁਸਾਫਰਾਂ ਤੇ ਆਰਥਿਕ ਬੋਝ ਵਧਿਆ, ਬਲਕਿ ਏਅਰਲਾਈਨਜ਼ ਨੂੰ ਵੀ ਨੁਕਸਾਨ ਚੱਕਣਾ ਪਿਆ। ਏਅਰ ਇੰਡੀਆ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ 27 ਮਾਰਚ ਤੋਂ ਇੰਟਰਨੈਸ਼ਨਲ ਫਲਾਈਟਸ ਤੇ ਪਾਬੰਦੀ ਲੱਗੀ ਹੋਈ ਹਟ ਰਹੀ ਹੈ। ਜਸਟਿਨ ਟਰੂਡੋ ਵਾਲੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਉਹਨਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਨੈਗੇਟਿਵ ਕੋਵਿਡ ਟੈਸਟ ਦੇ ਨਤੀਜੇ ਦਿਖਾਉਣ ਦੀ ਲੋੜ ਨਹੀਂ ਹੈ। ਵੀਰਵਾਰ ਨੂੰ ਸਰਹੱਦ ਦੇ ਦੋਵੇਂ ਪਾਸੇ ਸੈਰ ਸਪਾਟਾ ਅਤੇ ਵਪਾਰਕ ਸਮੂਹਾਂ ਵੱਲੋਂ ਇਸ ਰਾਹਤ ਦਾ ਸਵਾਗਤ ਕੀਤਾ ਗਿਆ। ਸਿਹਤ ਮੰਤਰੀ ਜੀਨ-ਯਾਵੇਸ ਡੁਕਲੋਸ ਨੇ ਕਿਹਾ ਕਿ ਹੁਣ 1 ਅਪ੍ਰੈਲ ਤੋਂ ਟੈਸਟਾਂ ਦੀ ਲੋੜ ਨਹੀਂ ਹੋਏਗੀ। ਇਸ ਵੇਲੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਐਂਟੀਜਨ ਟੈਸਟ ਦੇ ਨੈਗੇਟਿਵ ਨਤੀਜੇ ਪੇਸ਼ ਕਰਨੇ ਪੈਂਦੇ ਨੇ। ਫਰਵਰੀ ਵਿੱਚ ਐਂਟੀਜਨ ਟੈਸਟ ਇੱਕ ਤਾਂ ਕਾਫੀ ਮਹਿੰਗੇ ਕਰ ਦਿੱਤੇ ਗਏ ਨੇ ਤੇ ਦੂਜਾ ਇਸ ਵਿੱਚ ਸਮਾਂ ਵੀ ਬਰਬਾਦ ਹੁੰਦਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਦੇ ਨੇੜੇ ਵਾਸ਼ਿੰਗਟਨ ਰਾਜ ਵਿੱਚ ਵੈਲਿੰਗਮ ਖੇਤਰੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਾਈ ਨੇ ਕਿਹਾ ਹੈ ਕਿ ਟੈਸਟਾਂ ਕਰਕੇ ਕੈਨੇਡੀਅਨ ਲੋਕ ਅਮਰੀਕਾ ਵਿੱਚ ਛੁੱਟੀਆਂ ਤੇ ਇੱਕ ਦਿਨ ਦੀ ਖਰੀਦਦਾਰੀ ਕਰਨ ਲਈ ਯਾਤਰਾ ਤੋਂ ਗੁਰੇਜ਼ ਕਰਦੇ ਨੇ। ਉਹਨਾਂ ਦਾ ਅੰਦਾਜ਼ਾ ਹੈ ਕਿ ਕੈਨੇਡੀਅਨ ਯਾਤਰੀਆਂ ਦੀ ਘਾਟ ਕਰਕੇ ਕੁਝ ਸਥਾਨਕ ਪ੍ਰਚੂਨ ਕਾਰੋਬਾਰਾਂ ਵਿੱਚ 30% ਦੀ ਗਿਰਾਵਟ ਵੀ ਆਈ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਸਪਾਈਸ ਜੈਟ ਦੀ ਉਡਾਣ ਰਾਹੀਂ ਇਟਲੀ ਰਵਾਨਾ ਹੋਣ ਵਾਲੇ 39 ਯਾਤਰੀਆਂ ਨੇ 4 ਘੰਟੇ ਖੱਜਲ ਹੋਣ ਉਪਰੰਤ ਰਵਾਨਾ ਹੋਣ ਤੋਂ ਵਾਂਝਿਆਂ ਰਹਿਣ ਤੇ ਏਅਰਲਾਈਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਕਰੋਨਾ ਟੈਸਟ ਰਿਪੋਰਟਾਂ ਤੇ ਦਸਤਖਤ ਨਾ ਹੋਣ ਕਾਰਨ ਏਅਰਲਾਈਨ ਦੇ ਸਟਾਫ ਨੇ ਬੋਰਡਿੰਗ ਪਾਸ ਦੇਣ ਤੋਂ ਮਨਾਹੀ ਕਰ ਦਿੱਤੀ ਹੈ, ਜਿਸ ਕਾਰਨ ਯਾਤਰੀ ਭਾਰੀ ਖੱਜਲ ਖੁਆਰ ਹੋਏ ਅਤੇ ਉਹਨਾਂ ਨੂੰ ਮਜਬੂਰਨ ਘਰਾਂ ਨੂੰ ਵਾਪਸ ਪਰਤਣਾ ਪਿਆ। ਉਹਨਾਂ ਨੇ ਦੱਸਿਆ ਹੈ ਕਿ ਸਪਾਈਸ ਜੈਟ ਦੀ ਉਡਾਣ ਰਾਹੀਂ ਦੁਪਹਿਰ 2 ਵਜੇ
ਇਟਲੀ ਨੂੰ ਰਵਾਨਾ ਹੋਣਾ ਸੀ। ਇਸ ਲਈ ਉਹ ਸਵੇਰੇ ਕਰੀਬ 11 ਵਜੇ ਹਵਾਈ ਅੱਡੇ ਤੇ ਪੁੱਜੇ। ਉਹ ਬੋਰਡਿੰਗ ਪਾਸ ਲੈਣ ਲਈ ਕਤਾਰਾਂ ਵਿੱਚ ਲੱਗੇ ਸੀ ਤਾਂ ਸਟਾਫ ਵੱਲੋਂ ਇਹ ਕਹਿ ਕੇ ਬੋਰਡਿੰਗ ਪਾਸ नहीं दिता गया कि कोरोना टेस्ट रिपोर्ट से दस्तखत नहीं ने। इसलिए बोर्डिंग पास काउंटर नेड़े बैठे कर्मचारियों कोलों दस्तखत करवाए जाण, पर दस्तखत करन वाला कर्मचारी दोपहर 12 तो बाद अपनी सीट ते बैठा ही नहीं सी। एक होर यात्री ने दस्सिया है कि उस कोल तां कोरोना टेस्ट रिपोर्ट ते दस्तखत भी होए, पर फिर भी होर बहानेबाजी करके बोर्डिंग पास नहीं दिता गया, जिस ते उक्त सारे यात्रियों ने हवाई अड्डे के अंदर हल्ला गल्ला कीता ते नारेबाजी की। उक्त यात्रियों ने एयरलाइनां कोलों मंग की है कि महंगे मुल दीआं टिकटां दी ਬਣਦੀ रकम वापस की जाए ਜਾਂ फिर इन्हां टिकटां राही दूसरी उड़ान ते इटली भेजण दा प्रबंध किया जाए। चीन ने भारत के 23,000 तो ज्यादा विद्यार्थियों को वापस बुलाने के मामले में चुप्पी धारी हुई है, जबकि अजिहियां खबरां ने कि चीन कई देशों के विद्यार्थियों को अपनी पढ़ाई पूरी करने लई वापस परतण की आग्या दे रहा। चीन के विदेश मंत्रालय के बुलारे वांग विनबिन ने यह पुछ जाण ते दस्सिया कि पाकिस्तान, थाईलैंड, सोलेमान टापू आदि तो विद्यार्थियों को चीन आउण की आग्या दी जा रही है। इस ते उन्होंने कहा कि विद्यार्थियों की लोड़ मुताबिक आग्या दी जा रही है। उन्होंने कहा कि चीनी सरकार विदेशी विद्यार्थियों को पढ़ाई पूरी करने लई परतण नूं बेहद महत्व दिंदी है। उन्होंने कहा कि महामारी की रोकथाम और कंट्रोल नूं यकीनी करने लई बेहद घट विद्यार्थियों को बुलाउण की कोशिश की जा रही है, जिन्हां नूं असल विच इन्हां दी लोड़ है। जिक्रयोग है कि भारत के 23,000 तो ज्यादा विद्यार्थियों चों ज्यादातर चीन विच मैडिकल की पढ़ाई कर रहे हैं ते पिछले 2 साल तो भारत विच फसे हुए ने। विद्यार्थियों ते इत्थे भारतीय दूतघर दीआं लगातार बेनतियां ते भी चीन इस मामले ते चुप्पी धारी बैठा है। कतर एयरवेज ने पंजाबियों को इस हफ्ते खुशखबरी दी है। खुशखबरी दिंदे हुए अपनी सेवावां मुड़ तो शुरू करने का ऐलान किया। एयरवेज अगले महीने तो अमृतसर दोहा दे विच अपनी फ्लाइटां नूं मुड़ तो शुरू करन जा रहा। कोरोना की तीजी लहर के चलदियां एयर बबल के तहत कतर एयरवेज ने अपनी सेवावां बंद कर दित्तियां सी। इत्थे दसदे चलीए कि तीजी लहर के नाल एक बार फिर इंटरनेशनल फ्लाइट्स ने अपनी सेवावां बंद कर दित्तियां सी। कतर एयरवेज ने भी 25 दिसंबर 2021 तो अपनी सेवावां नूं बंद करन दा ऐलान कीता सी। तकरीबन 3 महीने तो बाद एयरलाइनस मुड़ तो उड़ान शुरू कर रही है। 1 अप्रैल नूं कतर एयरवेज फ्लाइट अमृतसर एयरपोर्ट ते लैंड होएगी। 2 अप्रैल नूं यह फ्लाइट दोहा लई मुड़ तो उड़ान भरेगी। कतर एयरवेज की फ्लाइट 3:40 तो लैके 3:55 दे विच अमृतसर दोहा दे विचकार उड़ान भरेगी। दोहा तो यह फ्लाइट रोजाना उत्थों दे समय के अनुसार रात 10 बजे उड़ान भरेगी अते अमृतसर विच अद्धी रात 2:10 ते लैंड कर जाएगी। उस तो बाद यह फ्लाइट रात वेले तड़के 3:10 ते अमृतसर एयरपोर्ट तो उड़ान भरेगी अते सवेरे दोहा के समय अनुसार 4:45 बजे लैंड करेगी। तुसीं देख रहे हो वीकली इमीग्रेशन अपडेट। तुहानूं दस दिंदे हां कि भारत दे विच कोरोना के मामलों की रफ्तार मट्ठी पै गई है। कोरोना के मामले घटते ही श्री गुरु रामदास जी अंतरराष्ट्रीय हवाई अड्डे तो नवीं उड़ाणों की प्रक्रिया शुरू हो गई है। अमृतसर हवाई अड्डे तो अंतरराष्ट्रीय ते घरेलू उड़ाणां 27 मार्च तो शुरू होणगीਆਂ, जिस तो बाद हुण अमृतसर का यूपी की राजधानी लखनऊ नाल सीधा संपर्क होएगा। यह उड़ान इत्थों दोपहर 12:20 तो उड़ान भर के 1 घंटा 45 मिनट दोपहर 2:05 ते लखनऊ के चौधरी चरण सिंह अंतरराष्ट्रीय हवाई अड्डे ते पहुंचेगी। इस तो पहला सवेरे 6:15 ते लखनऊ तो उड़ान भर के सवेरे 7:55 ते अमृतसर हवाई अड्डे ते लैंड कर रही सी। ਪਹਿਲਾਂ ਲੋਕਾਂ ਨੂੰ ਲਖਨਊ ਦੀ ਫਲਾਈਟ ਲੈਣ ਲਈ ਦਿੱਲੀ ਜਾਣਾ ਪੈਂਦਾ ਸੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਦੋ ਸੱਭਿਆਚਾਰਕ ਸ਼ਹਿਰ ਆਪਸ ਵਿੱਚ ਜੁੜ ਜਾਣਗੇ ਅਤੇ ਦੋਵਾਂ ਸ਼ਹਿਰਾਂ ਵਿਚਕਾਰ ਕਾਰੋਬਾਰ ਵਧੇਗਾ। ਦੂਜੇ ਪਾਸੇ 에ਅਰਪੋਰਟ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਅੰਮ੍ਰਿਤਸਰ 에ਅਰਪੋਰਟ ਨਵੀਆਂ ਉਡਾਣਾਂ ਲਈ ਤਿਆਰ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਦੱਸਦੇ ਹੈ ਕਿ ਮਾਰਚ 2020 ਵਿੱਚ ਕੋਰੋਨਾ ਸੰਕਟ ਸ਼ੁਰੂ ਹੋਣ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਉਡਾਣਾਂ ਭਰਨ ਵਾਲੀਆਂ ਆਮ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ। ਉਦੋਂ ਵਿਸ਼ੇਸ਼ ਮਨਜ਼ੂਰੀ ਤੋਂ ਬਾਅਦ ही इत्थे विदेशी उड़ाणा की आग्या दी गई सी, पर हुण कोविड का संकट टल गया तो केंद्रीय शहरी हवाबाजी मंत्रालय ने अमृतसर हवाई अड्डे तो वपारक उड़ाणा नूं उड़ान भरन की आग्या दे दी है। इटली विच बिना पेपरां दे जिंदगी हंडाउणी एक अजिहा दर्द है जिसनूं सिर्फ उही प्रवासी समझ सकते हैं जिन्हां ने बिना पेपरां दे बेवसी ते लाचारी दे आलम च डंग टपाई होण।
ਪ੍ਰਦੇਸ਼ਾਂ 'ਚ ਗੈਰ ਕਾਨੂੰਨੀ ਜ਼ਿੰਦਗੀ ਜਿਉਣ ਲਈ ਪ੍ਰਵਾਸੀ ਭਾਰਤੀਆਂ ਦਾ ਉਚੇਚਾ ਜ਼ਿਕਰ ਅਕਸਰ ਹੁੰਦਾ ਹੈ ਤੇ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਰਹਿਣ ਬਸੇਰਾ ਨਹੀਂ ਕਰਦੇ। ਇਟਲੀ ਅਜਿਹਾ ਯੂਰੋਪੀਅਨ ਦੇਸ਼ ਹੈ ਜਿੱਥੇ ਕਾਨੂੰਨੀ ਢਾਂਚਾ ਲਚਕੀਲਾ ਹੋਣ ਕਾਰਨ ਇੱਥੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਹੋਣਾ ਆਮ ਗੱਲ ਹੈ, ਪਰ ਇਟਲੀ ਸਰਕਾਰ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਤੌਰ ਤੇ ਰਹਿਣ ਲਈ ਕਈ ਵਾਰ ਇਮੀਗ੍ਰੇਸ਼ਨ ਖੋਲ ਚੁੱਕੀ ਹੈ, ਜਿਸ ਰਾਹੀਂ ਲੱਖਾਂ ਪ੍ਰਵਾਸੀ ਇਟਲੀ ਦੇ ਕਾਨੂੰਨੀ ਢੰਗ ਨਾਲ ਬਖਸ਼ਿੰਦੇ ਬਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਪਰ ਮੁਸੀਬਤ ਉਹਨਾਂ ਲੋਕਾਂ ਲਈ ਬਣ ਰਹੀ ਹੈ ਜਿਹੜੇ ਕਿ ਜਦੋਂ ਇਮੀਗ੍ਰੇਸ਼ਨ ਖੁੱਲਦੀ ਹੈ ਤਾਂ ਫਰਜ਼ੀ ਪੇਪਰਾਂ ਰਾਹੀਂ ਇਟਲੀ ਵਿੱਚ ਪੱਕਾ ਹੋਣ ਲਈ ਸਰਕਾਰ ਦੀਆਂ ਅੱਖਾਂ 'ਚ ਕੱਟਾ ਪਾ ਕੇ ਆਪਣੇ ਪੈਰਾਂ ਉੱਪਰ ਹੀ ਕੁਹਾੜੀ ਮਾਰਨ 'ਚ ਕੋਈ ਕਸਰ ਨਹੀਂ ਛੱਡਦੇ। ਇਟਲੀ ਸਰਕਾਰ ਨੇ ਜਦੋਂ ਵੀ ਇਟਲੀ ਵਿੱਚ ਓਪਨ ਇਮੀਗ੍ਰੇਸ਼ਨ ਖੋਲੀ ਹੈ ਤਾਂ ਕੁਝ ਸਵਾਰਥੀ ਏਜੰਟ ਜਿਹੜੇ ਕਿ ਮਜਬੂਰ ਤੇ ਲਾਚਾਰ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਪੱਕਾ ਕਰਨ ਦੇ ਇੱਕ ਪਾਸੇ ਹਜ਼ਾਰਾਂ ਯੂਰੋ ਲੈਂਦੇ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਪੱਕੇ ਹੋਣ ਲਈ ਲੋੜੀਂਦੇ ਫਰਜ਼ੀ ਪੇਪਰ ਬਣਾ ਕੇ ਦੇ ਦਿੰਦੇ ਨੇ। ਜਦੋਂ ਸਰਕਾਰ ਬਿਨੇਕਰਤਾ ਦੇ ਕੇਸ ਦੀ ਜਾਂਚ ਕਰਦੀ ਹੈ ਤਾਂ ਉਸਦੇ ਬਹੁਤ ਪੇਪਰ ਫਰਜ਼ੀ ਹੋਣ ਕਾਰਨ ਉਹ ਕਾਨੂੰਨੀ ਸ਼ਿਕੰਜੇ 'ਚ ਪੂਰੀ ਤਰ੍ਹਾਂ ਫਸ ਜਾਂਦਾ ਹੈ। ਅਜਿਹਾ ਹੀ ਕੁਝ ਮਾਹੌਲ ਇਟਲੀ ਦੇ ਲਾਸੀਓ ਸੂਬੇ ਵਿੱਚ ਬਣਿਆ ਹੋਇਆ ਜਿੱਥੇ ਬਿਨਾਂ ਪੇਪਰਾਂ ਦੇ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਨੇ ਸਨ 2020 ਵਿੱਚ ਖੁੱਲੀ ਇਮੀਗ੍ਰੇਸ਼ਨ 'ਚ ਪੇਪਰ ਭਰੇ ਹੋਏ ਸੀ ਤੇ ਜਦੋਂ ਉਹਨਾਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਲੋੜੀਂਦੇ ਪੇਪਰ ਮੰਗੇ ਤਾਂ ਏਜੰਟ ਨੁਮਾ ਲੋਕਾਂ ਨੇ ਉਹਨਾਂ ਤੋਂ ਸੈਂਕੜੇ ਯੂਰੋ ਲੈ ਕੇ ਫਰਜ਼ੀ ਪੇਪਰ ਤਿਆਰ ਕਰ ਦਿੱਤੇ, ਜਿਸ ਕਾਰਨ ਇਹਨਾਂ ਵਿਚਾਰਿਆਂ ਲਈ ਹੁਣ ਵੱਡੀ ਮੁਸੀਬਤ ਬਣ ਗਈ ਹੈ। ਸੂਬੇ ਵਿੱਚ ਸੈਂਕੜੇ ਅਜਿਹੇ ਪ੍ਰਵਾਸੀ ਹੋਣ ਦਾ ਖਦਸ਼ਾ ਹੈ ਜਿਨ੍ਹਾਂ ਨੇ ਅਣਜਾਣਪੁਣੇ 'ਚ ਹੀ ਆਪਣਾ ਕੇਸ ਫਰਜ਼ੀ ਪੇਪਰਾਂ ਨਾਲ ਖਰਾਬ ਕਰ ਲਿਆ ਤੇ ਜਦੋਂ ਤੱਕ ਇਮੀਗ੍ਰੇਸ਼ਨ ਵਿਭਾਗ ਇਹਨਾਂ ਨੂੰ ਹਰੀ ਝੰਡੀ ਨਹੀਂ ਦਿੰਦਾ ਉਦੋਂ ਤੱਕ ਇਹਨਾਂ ਉੱਪਰ ਕਾਨੂੰਨ ਦੀ ਤਲਵਾਰ ਲਟਕਦੀ ਰਹੇਗੀ। ਇਹ ਉਹ ਪ੍ਰਵਾਸੀ ਭਾਰਤੀ ਨੇ ਜਿਹੜੇ ਕਿ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਤੇ ਪਰ ਅਫਸੋਸ ਬਿਨਾਂ ਪੇਪਰਾਂ ਦੇ ਇਹਨਾਂ ਦੀ ਹੱਡ ਭੰਨ ਵੀ ਮਿਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ। ਕੁਝ ਇਟਾਲੀਅਨ ਮਾਲਕ ਤੇ ਕੁਝ ਸਵਾਰਥੀ ਭਾਰਤੀ ਲੋਕ ਇਹਨਾਂ ਵਕਤ ਦੇ ਚੰਬੇ ਪ੍ਰਵਾਸੀਆਂ ਦਾ ਰੱਜ ਕੇ ਸ਼ੋਸ਼ਣ ਕਰਦੇ ਨੇ। ਇਟਾਲੀਅਨ ਪੰਜਾਬੀ ਪ੍ਰੈਸ ਕਲੱਬ ਨੂੰ ਕੁਝ ਬਿਨਾਂ ਪੇਪਰਾਂ ਦੇ ਭਾਰਤੀ ਨੌਜਵਾਨਾਂ ਨੇ ਆਪਣਾ ਨਾਮ ਨਾ ਨਸ਼ਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਉਹ ਪਹਿਲਾਂ ਹੀ ਘਰ ਦੀ ਗਰੀਬੀ ਦੂਰ ਕਰਨ ਤੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਇਟਲੀ ਪਹੁੰਚੇ। ਇੱਥੇ ਪੇਪਰ ਨਾ ਹੋਣ ਕਾਰਨ ਉਹਨਾਂ ਨੂੰ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ। ਹੋਰ ਵੀ ਅਨੇਕਾਂ ਪਰੇਸ਼ਾਨੀਆਂ ਬਿਨਾਂ ਪੇਪਰਾਂ ਦੇ ਉਹ ਚੱਲ ਰਹੇ ਨੇ। ਹੁਣ ਜਦ ਕਿ ਰੱਬ ਉਹਨਾਂ ਦੀ ਸੁਣਨ ਲੱਗਾ ਤਾਂ ਠੱਗ ਏਜੰਟਾਂ ਨੇ ਫਿਰ ਉਹਨਾਂ ਦੀ ਬੇੜੀ ਵੱਟੇ ਪਾ ਦਿੱਤੇ। ਸੈਂਕੜੇ ਯੂਰੋ ਲੈ ਕੇ ਵੀ ਇਮੀਗ੍ਰੇਸ਼ਨ ਲਈ ਲੋੜੀਂਦੇ ਘਰ ਦੇ ਪੇਪਰ ਫਰਜ਼ੀ ਦੇ ਦਿੱਤੇ, ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਦੇ ਪੇਪਰ ਰੋਕ ਦਿੱਤੇ। ਉਲਝੇ ਕੇਸ ਨੂੰ ਸਿੱਧਾ ਕਰਨ ਲਈ ਵਕੀਲ ਵੀ ਹਜ਼ਾਰਾਂ ਯੂਰੋ ਮੰਗ ਰਹੇ ਨੇ, ਜਦਕਿ ਉਹਨਾਂ ਕੋਲ ਤਾਂ 2 ਵਕਤ ਦੀ ਰੋਟੀ ਲਈ ਕੋਈ ਪੱਕਾ ਕੰਮ ਵੀ ਨਹੀਂ ਹੈ। ਆਸਟ੍ਰੇਲੀਆ ਯੂਕਰੇਨੀ ਸ਼ਰਨਾਰਥੀਆਂ ਨੂੰ ਸਥਾਈ ਵੀਜ਼ਾ ਜਾਰੀ ਕਰੇਗਾ। ਇਸ ਨਾਲ ਉਹਨਾਂ ਨੂੰ ਦੇਸ਼ ਵਿੱਚ 3 ਸਾਲ ਲਈ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਆਸਟ੍ਰੇਲੀਆਈ ਸਰਕਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਆਸਟ੍ਰੇਲੀਆਈ ਸਰਕਾਰ ਨੇ ਵਿਦੇਸ਼ ਮੰਤਰਾਲਾ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਦੇ ਫੌਜੀ ਹਮਲੇ ਤੋਂ ਭੱਜਣ ਲਈ ਮਜਬੂਰ ਹੋਏ ਯੂਕਰੇਨੀਆਂ ਦੀ ਮਦਦ ਲਈ ਅਸੀਂ ਆਸਟ੍ਰੇਲੀਆ ਵਿੱਚ ਆਉਣ ਵਾਲੇ ਯੂਕਰੇਨੀਅਨ ਲੋਕਾਂ ਨੂੰ ਇੱਕ ਅਸਥਾਈ ਮਾਨਵਤਾਵਾਦੀ ਵੀਜ਼ਾ ਵੀ ਉਪਲਬਧ ਕਰਵਾਵਾਂਗੇ। ਆਸਟ੍ਰੇਲੀਆਈ ਸਰਕਾਰ ਮੁਤਾਬਕ ਇਹ ਵੀਜ਼ਾ 3 ਸਾਲਾਂ ਲਈ ਵੈਧ ਹੋਏਗਾ ਤੇ ਲੋਕਾਂ ਨੂੰ ਕੰਮ, ਅਧਿਐਨ ਕਰਨ ਅਤੇ ਮੈਡੀਕੇਅਰ ਤੱਕ ਪਹੁੰਚ ਕਰਨ ਦੀ ਆਗਿਆ ਦੇਗਾ। ਆਸਟ੍ਰੇਲੀਅਨ ਸਰਕਾਰ ਦੇ ਅਨੁਸਾਰ ਦੇਸ਼ ਤੇ ਰੂਸ ਦੀ ਫੌਜ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨੀਆਂ ਨੂੰ ਲਗਭਗ 4500 ਵੀਜ਼ੇ ਜਾਰੀ ਕੀਤੇ ਨੇ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਇਹਨਾਂ ਵੀਜ਼ਾ ਵਾਲੇ 600 ਤੋਂ ਵੱਧ ਯੂਕਰੇਨੀ ਦੇਸ਼ ਆ ਚੁੱਕੇ ਨੇ ਤੇ ਹੋਰ ਵੀ ਹਰ ਰੋਜ਼ ਆ ਰਹੇ ਨੇ। ਸਰਕਾਰ ਮੁਤਾਬਕ ਇਹ ਯੂਕਰੇਨ ਆਸਟ੍ਰੇਲੀਅਨ ਭਾਈਚਾਰੇ ਨਾਲ ਕੰਮ ਕਰਨਾ ਜਾਰੀ ਰੱਖੇਗਾ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਯੂਕਰੇਨ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਰਹਿਣ ਦੌਰਾਨ ਸਹਾਇਤਾ ਪ੍ਰਦਾਨ ਕੀਤੀ ਜਾਵੇ। ਵੀਕਲੀ ਇਮੀਗ੍ਰੇਸ਼ਨ ਅਪਡੇਟ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਨਹੀਂ, ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੇ ਹਫਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ। ਵਰੁਣ ਕੌਰ ਮਾਨ ਨੂੰ ਦਿਓ ਆਗਿਆ ਜੀ। ਸਤਿ ਸ਼੍ਰੀ ਅਕਾਲ।